वाहिगुरु जी का खालसा वाहिगुरु जी की फतेह। जुगो जुग अटल सतगुरु बाणी पुरख पुरखोत्तम बाणी स्यों चित लावै गो। गुरबाणी सुनत मेरा मान द्रव्या मन भीना निज घर आवै गो। श्री गुरु ग्रंथ साहिब जी महाराज जी दी पावन पवित्र हजूरी च अमृत वेले तो नौवें पातशाह जी दे पावन पवित्र दरबार अंदर हाजरियां भर रही गुरु की साजी और नवाजी हुई गुरु स्वरूप गुरु खालसा साध संगत जियो। धनता दे पात्र हो अमृत वेले तो गुरु चरना च हाजरियां भर के सतगुरां दी अमृतमई बाणी सर्वासा पूर्ण करने वाली आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार ते शरदा सहित आप जी ने सरवण कीते हैं। मुख वाक सतगुरां ने बख्शिश कीते हैं। बीत चुके कल नूं भी सतगुरां ने ये पावन पवित्र श्री मुखवाक बख्शे सन। गुरुदेव ने पावन मुखवाक अज साडे लई दोबारा दोहराया है। आओ मन बिरतियां एकागर करिए। धन गुरु अर्जन देव साहब जी दे पवित्र चरनां विच अपनी हाजरी लवाइए ते आखिए जी सतनाम श्री वाहिगुरु साहिब जी। सतनाम वाहिगुरु साहिब जी। वाहिगुरु साहिब जी। सोरठ महला प्रभु शरण दी ये बरकत है कि प्रभु शरण विच पै के सारे भै निर्विरत हो जाते हैं। सिंह शरण कत जाइए जो जंबक ग्रस्त है। शेर दी शरण दा की फायदा जे गिदड़ां दा डर रहा। यानी कि शेर दी शरण विच पै के गिदड़ां दा भै नहीं रहिंदा। तो प्रभु दी शरण विच पै के अकाल पुरख दी शरण विच पै के जिन्ने भी डर ने चाहे वह जम्मां दा भै है काम क्रोध आदਿਕ विकारां दा भै है जितने भी डर ने वो प्रभु की शरण विच पै के दूर हो जाते हैं निर्विरत हो जाते हैं। और जन्म ते मरण का जिहड़ा वड्डा दुख है ये दुख भी प्रभु की शरण च पै के बिनस जाता। सब तो वड्डा दुख जन्म ते मरण का दुख है। तो प्रभु की शरण विच पै के जन्म ते मरण का वड्डा दुख भी निर्विरत हो जाता है। और जो आत्मक सुख है निज आत्मा का सुख खालसा जी ये दुनियादारी दे जिन्ने सुख ने ना तन दे आत्मक सुख दे एक किणके दे बराबर भी नहीं हैं।
ਇਦਾਂ ਕਹਿ ਸਕਦੇ ਹਾਂ ਵੀ ਆਤਮਿਕ ਸੁਖ ਸਮੁੰਦਰ ਹੈ ਔਰ ਦੁਨੀਆ ਦੇ ਜਿਤਨੇ ਸੁਖ ਨੇ ਬੂੰਦ ਮਾਤਰ ਨੇ। ਤੋ ਇਸ ਕਰਕੇ ਗੁਰਦੇਵ ਨੇ ਇੱਥੇ ਆਤਮਿਕ ਸੁਖ ਦੀ ਗੱਲ ਕੀਤੀ ਹੈ ਕਿ ਜਨਮ ਮਰਨ ਜੈਸੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ ਔਰ ਆਤਮਿਕ ਖੇੜੇ ਦਾ ਜੋ ਮਹਾਨ ਸੁਖ ਹੈ ਉਹ ਸੁਖ ਪ੍ਰਾਪਤ ਹੁੰਦਾ ਹੈ। ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਪਾਰ ਬ੍ਰਹਮ ਸੁਆਮੀ ਜੀ ਦਇਆਲ ਹੋਏ ਨੇ, ਦਇਆ ਦੇ ਘਰ ਵਿੱਚ ਆਏ ਨੇ, ਜਿਸ ਦੀ ਦਇਆ ਨਾਲ ਅਸੀਂ ਪੂਰੇ ਸਤਿਗੁਰਾਂ ਨੂੰ ਧਿਆਇਆ। ਪਾਰ ਬ੍ਰਹਮ ਪਰਮੇਸ਼ਰ ਦੀ ਦਇਆ ਨਾਲ ਅਸੀਂ ਪੂਰੇ ਸਤਿਗੁਰਾਂ ਦੀ ਸ਼ਰਨ ਆਏ ਹਾਂ ਔਰ ਪੂਰੇ ਸਤਿਗੁਰਾਂ ਨੂੰ ਧਿਆਇਆ ਹੈ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। हे ਪ੍ਰਭੂ ਜੀ, ਤੁਸੀਂ ਮੇਰੇ ਸਾਹਿਬ ਹੋ ਔਰ ਮੈਨੂੰ ਦਾਤਾਂ ਦੇਣ ਵਾਲੇ ਦਾਤੇ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। हे ਪ੍ਰਭ ਜੀ, ਤੁਸੀਂ ਮੇਰੇ ਸਾਹਿਬ ਹੋ, ਮੇਰੇ ਮਾਲਕ ਹੋ, ਔਰ ਜਿੱਥੇ ਮੇਰੇ ਸਾਹਿਬ ਹੋ, ਮੇਰੇ ਮਾਲਕ ਹੋ, ਉੱਥੇ ਸਾਨੂੰ ਦਾਤਾਂ ਦੇਣ ਵਾਲੇ ਦਾਤੇ ਹੋ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਜੀ, ਤੁਸੀਂ ਸਾਨੂੰ ਦਾਤਾਂ ਦੇਣ ਵਾਲੇ ਦਾਤਾਰ ਹੋ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮਹਾਰਾਜ ਜੀ, ਤੁਸੀਂ ਸਾਨੂੰ ਦਾਤਾਂ ਦੇਣ ਵਾਲੇ ਦਾਤੇ ਹੋ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਰੱਬ ਜੀ, ਸਾਡੇ ਤੇ ਆਪਣੀ ਕਿਰਪਾ ਕਰੋ। ਕੀ ਕਿਰਪਾ ਕਰੋ ਕਿ ਮਹਾਰਾਜ ਜੀ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਤੁਹਾਡੇ ਗੁਣ ਗਾਈਏ। हे ਦਿਆਲੂ ਰੱਬ ਜੀ, ਸਾਡੇ ਤੇ ਦਇਆ ਕਰੋ ਕਿ ਤੁਹਾਡੇ ਪਰਮ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਤੁਹਾਡੇ ਗੁਣ ਗਾਇਨ ਕਰੀਏ। ਗੁਣ ਗਾਵੋ ਰੰਗ ਰਤਾ ਠਾਕੁਰ ਗਾਈਐ ਆਤਮ ਰੰਗ। ਮਹਾਰਾਜ ਜੀ, ਆਪ ਜੀ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਆਪ ਜੀ ਦੇ ਸ਼ੁਭ ਗੁਣਾਂ ਨੂੰ ਅਸੀਂ ਆਪਣੀ ਰਸਨਾ ਤੋਂ ਗਾਇਨ ਕਰੀਏ। ਰਹਾਉ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੇ। ਸਤਿਗੁਰੂ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਾਇਆ। ਨਾਮ ਨਿਧਾਨ, ਨਾਮ ਦਾ ਖਜ਼ਾਨਾ ਸਤਿਗੁਰਾਂ ਨੇ ਦ੍ਰਿੜ ਕਰਾਇਆ, ਜਿਸ ਦੀ ਬਰਕਤ ਨਾਲ ਸਾਡੀਆਂ ਜਿਤਨੀਆਂ ਵੀ ਚਿੰਤਾਵਾਂ ਨੇ ਉਹ ਬਿਨਸ ਗਈਆਂ ਨੇ। ਚਿੰਤਾ ਸਗਲ ਬਿਨਾਸੀ। ਕਿਤਨੇ ਪ੍ਰਕਾਰ ਦੀ ਚਿੰਤਾ ਹੁੰਦੀ ਹੈ ਸਾਨੂੰ। ਕਈ ਤਰ੍ਹਾਂ ਦੇ ਧੰਦਿਆਂ ਦੀ ਚਿੰਤਾ ਹੈ, ਕੰਮਾਂ ਦੀ ਚਿੰਤਾ ਹੈ, ਟੱਬਰ ਦੀ ਚਿੰਤਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਨਾਮ ਨਿਧਾਨ ਦ੍ਰਿੜ ਕਰਾਇਆ ਤਾਂ ਉਸ ਵੇਲੇ ਸਾਡੀ ਜਿਤਨੀ ਵੀ ਚਿੰਤਾ ਸੀ ਉਹ ਸਾਰੀ ਚਿੰਤਾ ਸਾਹਿਬ ਨੇ ਦੂਰ ਕਰ ਦਿੱਤੀ। ਚਿੰਤਾ ਜਿਹੜੀ ਸੀ ਉਹ ਚਿੰਤਨ 'ਚ ਤਬਦੀਲ ਹੋ ਗਈ। ਚਿੰਤਾ ਚਿੰਤਨ ਵਿੱਚ ਤਬਦੀਲ ਹੋ ਗਈ, ਬਦਲ ਗਈ। ਤੋ ਸਾਰੀ ਚਿੰਤਾ ਸਾਡੇ ਮਾਲਕ ਦੇ ਅੰਮ੍ਰਿਤ ਨਾਮ ਨੇ ਸਾਡੇ ਹਿਰਦੇ ਚੋਂ ਦੂਰ ਕੀਤੀ ਹੈ। ਕਰ ਕਿਰਪਾ ਆਪਨੋ ਕਰ ਲੀਨਾ, ਮਨ ਵਸਿਆ ਬਨਾਸੇ। ਵਾਹਿਗੁਰੂ ਨੇ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ। ਜਿੱਥੇ ਨਾਮ ਦਾ ਖਜ਼ਾਨਾ ਦ੍ਰਿੜ ਹੋਇਆ, ਚਿੰਤਾ ਬਿਨਸੀ। ਇਹਦੇ ਬਾਰੇ ਇੱਕ ਕਹਾਵਤ ਹੈ। ਦੇਵਤਿਆਂ ਨੇ ਵੇਖਿਆ ਕਿ ਧਰਤੀ ਤੇ ਵੀ ਸਵਰਗ ਬਣ ਚੱਲਿਆ। ਉਹਨਾਂ ਕੀ ਕੀਤਾ? ਉਹਨਾਂ ਵੇਖਿਆ ਵੀ ਧਰਤੀ ਤੇ ਵਿਕਾਰ ਪੈਦਾ ਹੋਣ, ਉਹਦੇ ਲਈ ਸਾਨੂੰ ਯਤਨ ਕਰਨਾ ਚਾਹੀਦਾ। ਉਹਨਾਂ ਨੇ ਇੱਕ ਭਰਿਆ ਹੋਇਆ ਡੱਬਾ ਉੱਤੋਂ ਬੰਦ ਕਰਕੇ
ਇੱਕ ਬੰਦੇ ਨੂੰ ਦਿੱਤਾ ਤੇ ਆਖਿਆ ਵੀ ਜਾ ਤੂੰ ਧਰਤੀ ਤੇ ਚਲਾ ਜਾ, ਪਰ ਸਾਡੀ ਤੈਨੂੰ ਹਦਾਇਤ ਹੈ ਵੀ ਇਹ ਡੱਬਾ ਖੋਲ ਕੇ ਨਾ ਵੇਖੀ, ਵੀ ਇਹਦੇ 'ਚ ਬੜੀਆਂ ਭਿਆਨਕ ਬਲਾਵਾਂ ਨੇ, ਇਹਨੂੰ ਖੋਲ ਕੇ ਨਾ ਵੇਖੀ। ਇਹ ਵੀ ਨੀਤੀ ਸੀ ਉਹਨਾਂ ਦੀ, ਕਿਉਂਕਿ ਬੰਦੇ ਨੂੰ ਜਿਹੜੇ ਕੰਮ ਤੋਂ ਰੋਕਿਆ ਜਾਂਦਾ ਉਹ ਸੋਚਦਾ ਵੀ ਖਬਰ ਇਹਦੇ 'ਚ ਕੀ ਹੋਣਾ, ਵੇਖੀਏ ਤਾਂ ਸਹੀ। ਮੈਂ ਹੁਣ ਤੁਹਾਨੂੰ ਇੱਥੇ ਬੈਠਿਆਂ ਕਹਿ ਦਿਆਂ ਸੰਗਤ ਜੀ ਪਿੱਛੇ ਨਾ ਵੇਖਿਓ, ਤੁਸੀਂ ਅੱਧਾ ਘੰਟਾ ਆਪਣੇ ਆਪ ਤੇ ਕੰਟਰੋਲ ਕਰਕੇ ਰੱਖੋਗੇ, ਮਨ 'ਚ ਸੋਚੋਗੇ ਵੀ ਖਬਰੇ ਗਿਆਨੀ ਜੀ ਕਿਉਂ ਕਹਿੰਦੇ ਆ ਪਿੱਛੇ ਨਾ ਵੇਖੋ, ਖਬਰੇ ਕੀ ਹੈ ਮਗਰ ਵੇਖੀਏ ਤਾਂ ਸਹੀ। ਇਹ ਸੁਭਾਵਕ ਹੈ ਕਿ ਜਦੋਂ ਕਿਸੇ ਕਰਮ ਤੋਂ ਬੰਦੇ ਨੂੰ ਰੋਕਿਆ ਜਾਂਦਾ ਹੈ ਜ਼ਬਰਦਸਤੀ, ਉਹਦੇ ਮਨ 'ਚ ਹੋੜ ਲੱਗਦੀ ਹੈ ਵੀ ਹੈ ਕੀ। ਦੇਵਤਿਆਂ ਨੇ ਕਿਹਾ ਵੀ ਇਹ ਡੱਬਾ ਖੋਲੀ ਨਾ, ਉਹ ਜਾਣਦੇ ਸਨ ਵੀ ਜਦੋਂ ਕਵਾਂਗੇ ਖੋਲੀ ਨਾ ਇਹ ਖੋਲੇਗਾ ਜ਼ਰੂਰ। ਉਹ ਲੈ ਕੇ ਟੁਰ ਪਿਆ, ਰਸਤੇ 'ਚ ਸੋਚੀ ਆਵੇ ਖਬਰੇ ਡੱਬੇ 'ਚ ਕੀ ਹੈ, ਮੇਰੇ ਨਾਲ ਛਲ ਕਰਦੇ ਨੇ, ਕੋਈ ਕੀਮਤੀ ਚੀਜ਼ ਹੀ ਹੋ ਸਕਦੀ ਹੈ ਡੱਬੇ 'ਚ। ਬਥੇਰਾ ਉਹਨੇ ਆਪਣੇ ਆਪ ਨੂੰ ਰੋਕਿਆ ਵੀ ਖੋਲਣਾ ਨਹੀਂ। ਅਖੀਰ ਨੂੰ ਧਰਤੀ ਤੇ ਆਉਂਦੇ ਆਉਂਦੇ ਦਾ ਮਨ ਪੂਰਾ ਕਾਹਲਾ ਪੈ ਗਿਆ ਵੀ ਵੇਖਣਾ ਚਾਹੀਦਾ। ਉਹਨੇ ਰੱਖ ਦਿੱਤਾ, ਰਾਤ ਨੂੰ ਪੈ ਗਿਆ, ਨੀਂਦ ਕਿੱਥੇ ਆਵੇ, ਖਬਰੇ ਡੱਬੇ 'ਚ ਕੀ ਹੈ। ਅਖੀਰ ਨੂੰ ਅੱਧੀ ਕੁ ਰਾਤ ਨੂੰ ਉੱਠਿਆ ਕਾਹਲੀ ਨਾਲ ਤੇ ਵੇਖਣ ਲੱਗਾ ਡੱਬਾ ਖੋਲ ਕੇ। ਜਦੋਂ ਖੋਲਿਆ ਤੇ ਵਿੱਚੋਂ ਭਿਆਨਕ ਰੂਪ ਵਿੱਚ ਵਿਕਾਰ ਨਿਕਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਵਖੀਲੀ, ਦਵੈਸ਼, ਇਹ ਸਾਰੇ ਜਿੰਨੇ ਵਿਕਾਰ ਸਨ ਉਹ ਡੱਬੇ ਚੋਂ ਬਾਹਰ ਨਿਕਲ ਗਏ। ਇਹਦੇ ਬੰਦ ਕਰਦਿਆਂ ਕਰਦਿਆਂ ਵਿਕਾਰ ਸਾਰੇ ਬਾਹਰ ਨਿਕਲ ਗਏ, ਕੱਲੀ ਅੰਦਰ ਚਿੰਤਾ ਰਹਿ ਗਈ ਸੀ। ਇਹਨੇ ਨੂੰ ਤੋਂ ਢੱਕਣ ਬੰਦ ਕਰ ਦਿੱਤਾ, ਉਹ ਚਿੰਤਾ ਅੰਦਰ ਹੀ ਰਹਿ ਗਈ, ਬਾਕੀ ਵਿਕਾਰ ਸਾਰੇ ਬਾਹਰ ਨਿਕਲ ਗਏ। ਹੁਣ ਇਹ ਕਹਾਵਤ ਹੈ, ਪਰ ਇਹਦੇ ਵਿੱਚ ਸਿਧਾਂਤ ਹੈ ਬੜਾ ਸੁੰਦਰ। ਕਾਮ ਸਾਨੂੰ ਬਾਹਰੋਂ ਸਤਾਏਗਾ, ਕ੍ਰੋਧ ਵੀ ਬਾਹਰੋਂ ਰੂਪ ਵੇਖ ਕਰਕੇ ਆਏਗਾ, ਲੋਭ ਵੀ ਬਾਹਰੋਂ ਸਤਾਉਂਦਾ, ਮੋਹ ਵੀ, ਹੰਕਾਰ ਵੀ, ਪਰ ਜਿਹੜੀ ਚਿੰਤਾ ਹੈ ਉਹ ਅੰਦਰੋਂ ਸਤਾਉਂਦੀ ਹੈ, ਕਿਉਂਕਿ ਉਹ ਡੱਬੇ ਦੇ ਅੰਦਰ ਰਹਿ ਗਈ ਸੀ। ਉਹ ਡੱਬਾ ਕਿਹੜਾ ਸੀ? ਸਾਡਾ ਇਹ ਸਰੀਰ, ਅੰਤਸ਼ਕਰਨ। ਉਹ ਜਿਹੜਾ ਅੰਤਸ਼ਕਰਨ ਦਾ ਡੱਬਾ ਸੀ, ਬਾਕੀ ਵਿਕਾਰ ਤਾਂ ਬਾਹਰ ਨਿਕਲ ਗਏ, ਉਹ ਬਾਹਰੋਂ ਸਤਾਉਂਦੇ ਆ, ਪਰ ਜਿਹੜੀ ਚਿੰਤਾ ਸੀ ਉਹ ਅੰਦਰ ਰਹਿ ਗਈ, ਉਹ ਹੁਣ ਅੰਦਰੋਂ ਸਤਾਉਂਦੀ ਹੈ। ਚਿੰਤਾ ਬਾਹਰੋਂ ਵੇਖ ਕੇ ਨਹੀਂ ਆਉਂਦੀ, ਚਿੰਤਾ ਆਪਣੇ ਅੰਦਰੋਂ ਹੀ ਫੁਰਦੀ ਹੈ। ਕਾਮ ਹਮੇਸ਼ਾ ਬਾਹਰੋਂ ਆਉਂਦਾ, ਕ੍ਰੋਧ ਵੀ ਬਾਹਰੋਂ ਆਉਂਦਾ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਇਹ ਹਮੇਸ਼ਾ ਬਾਹਰ ਵੇਖ ਕੇ ਪੈਦਾ ਹੁੰਦੀ ਹੈ ਨਾ, ਚਿੰਤਾ ਅੰਦਰੋਂ ਪੈਦਾ ਹੁੰਦੀ। ਹੁਣ ਇਹ ਚਿੰਤਾ ਕਿਵੇਂ ਬਿਨਸਦੀ ਹੈ? ਮਹਾਰਾਜ ਜੀ ਕਹਿੰਦੇ ਜਦੋਂ ਨਾਮ ਹਿਰਦੇ 'ਚ ਦ੍ਰਿੜ ਹੋ ਜਾਏ। ਸਤਿਗੁਰੂ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ। ਸਤਿਗੁਰੂ ਜੀ ਨੇ ਸਾਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਾਇਆ, ਜਿਸ ਨਾਲ ਸਾਡੇ ਅੰਦਰੋਂ ਸਾਰੀ ਚਿੰਤਾ ਬਿਨਸ ਗਈ ਹੈ। ਕਰ ਕਿਰਪਾ ਆਪਨੋ ਕਰ ਲੀਨਾ, ਮਨ ਵਸਿਆ ਬਿਨਾਸੀ। ਸਾਡੇ ਰੱਬ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣਾ ਕਰ ਲਿਆ, ਜਿਸ ਦੀ ਬਰਕਤ ਸਦਕਾ ਸਾਡੇ ਮਨ 'ਚ ਅਬਿਨਾਸੀ ਪਰਮੇਸ਼ਰ ਆ ਵਸਿਆ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਉਹ ਪਾਰ ਬ੍ਰਹਮ ਪਰਮੇਸ਼ਰ ਸਾਡੇ ਮਨ ਵਿੱਚ ਆ ਵਸਿਆ ਹੈ। ਤਾਕੋ ਬਿਗਨ ਨ ਕੋ ਲਾਗੈ, ਜੋ ਸਤਿਗੁਰ ਆਪਣੇ ਰਾਖੇ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਜਾਣ ਕੇ ਰੱਖ ਲਿਆ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਵਿਆਪਦਾ। ਭਗਤੀ ਕਰਦਿਆਂ, ਬੰਦਗੀ ਕਰਦਿਆਂ ਅਕਸਰ ਕਈ ਵਾਰੀ ਵਿਘਨ ਹੋ ਜਾਂਦੇ ਆ ਨਾ, ਵੀ ਆਹ ਕੰਮ ਕਰਨ ਲੱਗੇ ਸੀ ਵਿੱਚ ਕੋਈ ਨਾ ਕੋਈ ਅੜਚਣ ਆ ਗਈ, ਨਿਤਨੇਮ ਕਰਨ ਲੱਗੇ ਅੜਚਣ ਆ ਗਈ।
ਪਰ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਣ ਕਰਦੇ ਨੇ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਵਿਆਪਦਾ। ਹਾਂਜੀ। ਚਰਨ ਕਮਲ ਬਸੇ ਰਿਦ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਪਰਮੇਸ਼ਰ ਦੇ ਜਿਹੜੇ ਚਰਨ ਕਮਲ ਨੇ ਉਹ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵਸਦੇ ਨੇ ਔਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਰਸ ਹੈ, ਗੁਰਮੁਖ ਉਸ ਅੰਮ੍ਰਿਤ ਨਾਮ ਰਸ ਨੂੰ ਆਪਣੇ ਹਿਰਦੇ ਵਿੱਚ ਚਖਦੇ ਹਨ, ਮਾਣਦੇ ਹਨ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਇਹ ਭਾਈ ਸੇਵਕ ਬਣ ਕੇ ਪ੍ਰਭੂ ਦੀ ਸੇਵਾ ਕਰੀਏ, ਜਿਸ ਨੇ ਕਿਰਪਾ ਕਰਕੇ ਦਇਆ ਕਰਕੇ ਸਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਕਰ ਦਿੱਤੀਆਂ ਹਨ। ਨਾਨਕ ਦਾਸ ਤਾਂ ਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਮੈਂ ਤਿਸ ਤੋਂ ਬਲਿਹਾਰ ਜਾਵਾਂ ਜਿਸ ਨੇ ਮੇਰੀ ਪੂਰਨ ਪੱਤ ਰੱਖੀ ਹੈ, ਪੈਜ ਰੱਖੀ ਹੈ। ਮੈਂ ਉਹਦੇ ਤੋਂ ਬਲਿਹਾਰ ਜਾਵਾਂ, ਉਹਦੇ ਤੋਂ ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ।